ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਮੀਡੀਆ ਵੇਸ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸਾਡੀਆਂ ਜਾਣਕਾਰੀਆਂ ਉਹਨਾਂ ਮਨਾਂ ਲਈ ਅਸੀਂ ਪ੍ਰਸਾਰਿਤ ਕਰਦੇ ਹਾਂ ਜਿਹੜੇ ਕਿਸੇ ਵੀ ਕਾਰਨ ਕਰਕੇ ਸਾਡੇ ਖੇਤਰੀ ਇਲਾਕੇ ਦੇ ਵਿੱਚ ਆਏ ਹੋਏ ਨੇ, ਟਰੈਵਲ ਕਰ ਰਹੇ ਨੇ, ਘੁੰਮ ਫਿਰ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਤਰੀ ਇਲਾਕੇ ਨੂੰ ਆਪਣਾ ਘਰ ਵਜੋਂ ਅਪਣਾਉਣਾ ਚਾਹੁੰਦੇ ਨੇ। ਔਰ ਇਸ ਮਨਸ਼ਾ ਹਿੱਤ ਅਸੀਂ ਸਾਰੇ ਦੇ ਸਾਰੇ ਪ੍ਰੋਗਰਾਮ ਆਪ ਸਭ ਲਈ ਪ੍ਰਸਾਰਿਤ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਸਾਡੇ ਇਸ ਇਲਾਕੇ ਦੇ ਵਿੱਚ ਆਪ ਦਾ ਸਥਾਈ ਪੱਕਾ ਜਾਂ ਫਿਰ ਅੱਧ ਕੱਚਾ ਜਿਹੜਾ ਵਿਜ਼ਿਟ ਹੈ ਉਸ ਦੇ ਵਿੱਚ ਇਹ ਜ਼ਰੂਰ ਮਦਦਗਾਰ ਸਾਬਤ ਹੁੰਦੇ ਹੋਣਗੇ। ਨਿਰਸੰਦੇਹ ਸਰੀ ਇੱਕ ਬਹੁ ਨਸਲੀ ਸਮਾਜ ਦੀ ਮੂੰਹ ਮੋਲ ਦੀ ਤਸਵੀਰ ਹੈ। ਸਰੀ ਇੱਕ ਇਹੋ ਜਿਹਾ ਸ਼ਹਿਰ ਹੈ ਜਿਹੜਾ ਕਿ ਸਾਰੇ ਤਕਰੀਬਨ ਸਾਰੇ ਕੈਨੇਡਾ ਦੇ ਵਿੱਚ ਤਾਂ ਹੈ ਹੀ, ਬਲਕਿ ਦੁਨੀਆ ਭਰ ਦੇ ਵਿੱਚ ਬੜਾ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਔਰ ਸਾਡੇ ਜਿਹੜੇ ਭਾਈਚਾਰੇ ਨੇ ਉਹਨਾਂ ਦਾ ਕਿਹਾ ਜਾ ਰਿਹਾ ਹੈ ਖੁੱਲ੍ਹੇ ਸ਼ਬਦਾਂ ਦੇ ਵਿੱਚ ਕਿ ਕੈਨੇਡਾ ਆਉਣ ਤੋਂ ਉਪਰੰਤ ਵੈਸਟ ਵਾਲੇ ਪਾਸੇ ਨੂੰ ਸਰੀ ਸਭ ਤੋਂ ਜ਼ਿਆਦਾ ਪਸੰਦੀਦਾ ਸ਼ਹਿਰ ਆ, ਜਿੱਥੇ ਕਿ ਉਹ ਆ ਕੇ ਰਹਿਣਾ ਚਾਹੁੰਦੇ ਨੇ ਔਰ ਕੁਝ ਕੁ ਰਹਿਣ ਤੋਂ ਪਹਿਲਾਂ ਦੇਖ ਕੇ ਆਪਣਾ ਮਨ ਬਣਾਉਣਾ ਚਾਹੁੰਦੇ ਨੇ। ਨਿਰਸੰਦੇਹ ਨੌਜਵਾਨ ਤਬਕਾ ਜੋ ਹੈ ਵੱਡੀ ਪੱਧਰ ਦੇ ਉੱਤੇ ਸਾਡੇ ਖੇਤਰੀ ਇਲਾਕੇ 'ਚ ਆਉਂਦਾ। ਕੈਨੇਡਾ ਵੈਸੇ ਤਾਂ ਸੈਲਾਨੀਆਂ ਦਾ ਪਸੰਦੀਦਾ ਥਾਂ ਹੈ ਔਰ ਖਾਸ ਤੌਰ 'ਤੇ ਵੈਸਟ ਕੋਸਟ ਦੀ ਸ਼ਾਨ ਹੈ ਜਿਹੜਾ ਲੋਅਰ ਮੇਨਲੈਂਡ ਹੈ ਔਰ ਲੋਅਰ ਮੇਨਲੈਂਡ ਦੇ ਵਿੱਚ ਸਰੀ ਨੂੰ ਵੱਡਾ ਖਿੱਚ ਦਾ ਕੇਂਦਰ ਮੰਨਿਆ ਜਾਂਦਾ ਔਰ ਇਸੇ ਕਰਕੇ ਅੰਤਰਰਾਸ਼ਟਰੀ ਚਾਹੇ ਇੰਟਰਨੈਸ਼ਨਲ ਸਟੂਡੈਂਟਸ ਹੋਣ ਜਾਂ ਫਿਰ ਨਵੇਂ ਇਮੀਗ੍ਰੈਂਟਸ ਹੋਣ, ਉਹਨਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਸਰੀ ਨੂੰ ਆਪਣਾ ਘਰ ਬਣਾਉਣ। ਔਰ ਜਦੋਂ ਗੱਲ ਆਉਂਦੀ ਹੈ ਘਰ ਰਹਿਣ ਦੀ, ਹਰ ਇੱਕ ਇਨਸਾਨ ਦੇ ਸਿਰ ਦੇ ਉੱਤੇ ਛੱਤ ਸਭ ਤੋਂ ਮੁੱਢਲੀਆਂ ਜ਼ਰੂਰਤਾਂ ਦੇ ਵਿੱਚੋਂ ਹੈ, ਜਿਹੜਾ ਕਿ ਭਾਵੇਂ ਇੰਟਰਨੈਸ਼ਨਲ ਸਟੂਡੈਂਟਸ ਹੋਣ ਜਾਂ ਵਕਤੀ ਤੌਰ ਦੇ ਉੱਤੇ ਸਾਡੀ ਇਕੋਨਮੀ ਦੇ ਵਿੱਚ ਮਦਦ ਕਰਨ ਦੇ ਲਈ ਆਏ ਹੋਏ ਵਰਕਰਸ ਹੋਣ ਜਾਂ ਉਹ ਲੋਕ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਸਰੀ ਨੂੰ ਅਸੀਂ ਆਪਣਾ ਪੱਕੇ ਤੌਰ ਦੇ ਉੱਤੇ ਫਿਊਚਰ ਭਵਿੱਖ ਦਾ ਜਿਹੜਾ ਘਰ ਹੈ ਉਹ ਬਣਾਉਣਾ ਹੈ। ਉਹਨਾਂ ਦੇ ਲਈ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਇਸ ਵਕਤ ਜਿਹੜਾ ਫੇਸ ਕਰ ਰਹੇ ਆ ਉਹ, ਔਰ ਉਹਨਾਂ ਦੇ ਨਾਲ ਸਾਡੇ ਆਪਣੇ ਇੱਥੇ ਦੇ ਪਹਿਲਾਂ ਤੇ ਬੜੇ ਲੰਮੇ ਸਮੇਂ ਤੋਂ ਰਹਿ ਰਹੇ ਲੋਕ ਜਾਂ ਮੁੱਢ ਕਦੀਮੋਂ ਰਹਿ ਰਹੇ ਲੋਕ ਨੇ, ਉਹ ਵੀ ਫੇਸ ਕਰ ਰਹੇ ਆ, ਉਹ ਹੈ ਘਰਾਂ ਦੀ ਰੈਂਟਲ ਮਾਰਕੀਟ, ਜਿਹੜੀ ਕਿ ਇੱਕ ਤਰੀਕੇ ਦੇ ਨਾਲ ਸਰੀ ਦੇ ਵਿੱਚ ਜਿਹੜੀ ਰੈਂਟਲ ਮਾਰਕੀਟ ਹੈ ਉਹ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੀ ਹੈ। ਔਰ ਇਹ ਕ੍ਰਾਈਸਿਸ ਕਿੰਨੇ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਹਨ, ਇਸ ਦੀਆਂ ਜਾਣਕਾਰੀਆਂ ਰੋਜ਼ਾਨਾ ਜਿੱਥੇ ਸਾਡੇ ਤੱਕ ਪਹੁੰਚਦੀਆਂ ਨੇ ਉੱਥੇ ਨਾਲ ਦੀ ਨਾਲ ਆਮ ਨਾਗਰਿਕ ਫੇਸ ਕਰ ਰਹੇ ਹੈ। ਔਰ ਇੱਥੋਂ ਤੱਕ ਕਿ ਨਵੇਂ ਆ ਰਹੇ ਜਿਹੜੇ ਲੋਕ ਨੇ ਉਹ ਖੁਦ ਆਪ ਬੋਲ ਕੇ ਦੱਸਦੇ ਆ ਕਿ ਇਹ ਵੱਡੀ ਪੱਧਰ ਦੇ ਉੱਤੇ, ਬਹੁਤ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਉਹਨਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਵਿੱਚੋਂ ਸਭ ਤੋਂ ਵੱਡੀ ਮੁਸ਼ਕਲ ਆ ਸ਼ਾਨਾ ਜੀ ਜਿਹਨੂੰ ਉਹ ਫੇਸ ਕਰਦੇ ਆ ਰੈਂਟਲ ਕ੍ਰਾਈਸਿਸ, ਭਾਵ ਕਿਰਾਏ 'ਤੇ ਲੈਣ ਲਈ ਜਿਹੜਾ ਘਰ ਹੈ ਉਸ ਦੀ ਮਾਰਕੀਟ ਦੇ ਵਿੱਚ ਇਤਨਾ ਬੁਰਾ ਹਾਲ ਹੈ, ਕਹਿੰਦੇ ਜੀ ਕੁਛ ਨਹੀਂ ਲੱਭਦਾ, ਮੂੰਹ ਮੰਗੀ ਕੀਮਤ ਦੇ ਉੱਤੇ ਵੀ ਕੁਝ ਨਹੀਂ ਲੱਭਦਾ। ਔਰ ਕਾਰਨ ਇਹਦੇ ਪਿੱਛੇ ਕੀ ਨੇ, ਅੱਜ ਉਹਨਾਂ ਬਾਰੇ ਚੰਗੀ ਤਰ੍ਹਾਂ ਪੜਚੋਲ ਕਰਾਂਗੇ। प्रोग्राम ਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ ਜੀ, ਜ਼ਰੂਰ ਹੋਣਾ ਸ਼ਾਮਲ। जी आशन है। बिल्कुल दीदी, जो प्रॉब्लम्स इस वक्त हमारे लोग यहाँ हम सरी के बात ही करेंगे। सरी में होम रेंटल्स के क्राइसिस जो है, जिस तरह से लोग हमें बता रहे, इट्स अनबिलीवेबल। खास तौर से जो हमारे नौजवान बच्चे हैं जी, चाहे वो स्टूडेंट्स है चाहे यहाँ के बोर्न हुए बच्चे हैं, अगर वो मूव होना चाहते हैं अपने घर से या दे वांट टू हैव अ रेंटल, व्हाट काइंड ऑफ क्राइसिस दे हैव टू फेस। ये बहुत ही इम्पोर्टेंट पार्ट है हमारे यहाँ सरी के लिए, बिकॉज एक घर जी और वो रेंट करना चाहते हैं, फर्स्ट ऑफ ऑल जितने भी रेंटल इनकम आते हैं यू हैव टू रिपोर्ट दैट टू CRA। ये आपका इनकम होता है और उस रेंटल इनकम में से कितने लोग शो कर रहे हैं कि उनके घर रेंटेड है। सेकेंडली, एक कमरे में, मैं तो हैरान थी कि कल मुझे पता चला कि एक कमरे के लिए कहते 2 बेड रखा हुआ है एक कमरे में और 2 बेड शेयर्ड रूम $800 एक पर्सन को पे करना पड़ता है। एक कमरे का किराया $1600, $1600 और वो भी शेयर्ड एकोमोडेशन। कैन यू बिलीव दैट? एक कमरे में 2 अलग-अलग पर्सन रह सकते हैं विद 2 बेड्स इन इट, और कुछ नहीं है कमरे में, सिर्फ 2 बेड है। एक बेड के लिए $800 एक पर्सन को पे करना पड़ता है।
ਔਰ ਬਾਥਰੂਮ ਵੀ ਉਹਨਾਂ ਨੂੰ ਸ਼ੇਅਰ ਕਰਨਾ ਪੈਂਦਾ ਬਾਕੀ ਹੋਰ ਕਮਰਿਆਂ ਦੇ ਵਿੱਚ ਰਹਿਣ ਵਾਲਿਆਂ ਨਾਲ। बाकी और लोगों के साथ। सो अगर 3 बेडरूम का बेसमेंट है, वहां पर 6 लोग हैं, 6 लोग अलग अलग $800 पे करते हैं, वो बाथरूम शेयर करते हैं। किचन में कहते हैं तो स्टोव आप यूज नहीं कर सकते हो, कोई खाना नहीं बना सकते हो वहां, बाहर से खाना लाकर खा सकते हो, टिफिन सर्विसेज कर सकते हो, किचन की भी फैसिलिटीज नहीं मिलती इनको, सिर्फ बाथरूम और वो एक बेड जो वो यूज करते हैं। और हद ये है कि लोगों ने कहा कि जो उनके लिविंग रूम एरिया है ना, उसमें भी 2-2 3-3 बेड लाके रख दिए, सो पीपल कैन यूज दैट बेड एज वेल। इट इज गोइंग टू अ पॉइंट कि जहां पर हम लोगों को आवाज उठाना पड़ेगा। वी हैव टू स्टॉप दिस। पहली बात, देयर इज नो प्राइवेसी, हाइजेनिक वाइज इट्स नॉट गुड। ये मैं समझ सकती हूँ कि लैंडलॉर्ड्स की मजबूरी है, इंटरेस्ट हाइक, जो इतना ज़्यादा इंटरेस्ट रेट हाइक हुई है, जिसके वजह से जो प्रॉपर्टी ओनर्स है उनके इंटरेस्ट हाइक के वजह से पेमेंट्स बढ़ गए। पेमेंट्स बढ़ने की वजह से उन्हें कहीं ना कहीं से तो पैसे लाना पड़ेगा, नहीं तो उनको अपने घर बेचना पड़ेगा। दे कैंट अफोर्ड इट, और वो रेंट रेज कर रहे हैं। हालांकि आपको पता है कि अगर लीगली देखा जाए दे कैन नॉट डू दैट, लेकिन वो क्या करते हैं, अपने जो किराएदार है उनको नोटिस देकर निकाल देते हैं, फिर अपने जो बेसमेंट है वो इस तरह से रेंट कर रहे हैं। अब आप ये बताइए, अगर एक स्टूडेंट $800 एक कमरे में शेयर्ड अकोमोडेशन के लिए दे तो वो खाएगा कहाँ से, और उसकी जो ज़रूरतें हैं ज़िंदगी की वो कैसे पूरा करेगा, पढ़ाई लिखाई अपना कैसे कंप्लीट करेगा। और बहुत सारे स्टूडेंट्स यहाँ पर इस मुल्क में आए हैं जिन्होंने ये प्रॉमिस अपने पेरेंट्स से करके आए हैं कि हम आपको पैसे कमाकर यहाँ से पैसे भी भेजेंगे। सो हाउ आर दे गोना अफोर्ड इट? ये इंटरेस्ट रेट हाइक करना हमारे फेडरल सरकार की प्रॉब्लम है। थैंक्स टू द ट्रूडो गवर्नमेंट, थैंक्स टू द लिबरल गवर्नमेंट, ये इंटरेस्ट रेट हाइक के लिए। लेकिन हैरानी की बात है कि हमारे एमपीज जिनको इस बात के लिए आवाज उठाना चाहिए, जाकर ऑटोवा में बोलना चाहिए, ये एमपीज बड़े बिजी है जी कम्युनिटी के लोगों के बर्थडे केक काटने में और बर्थडे सेलिब्रेशन करने में। इन्हें अपने काम की जिम्मेदारी नहीं पता। ये लोगों को नहीं पता कि यहाँ पर किस तरह से होम रेंटल क्राइसिस है। खुद तो जी बड़े बड़े महल बना रहे, बड़े बड़े महल में रह रहे हैं, एक नहीं दो नहीं कई सैकड़ों घर लिए हुए हैं, अपार्टमेंट्स लिए हुए हैं, लेकिन इनको ये नहीं पता कि हमारे लोग किस तरह से सफर कर रहे हैं, चाहे वो लैंडलॉर्ड हो चाहे वो टेनेंट हो, दे आर सफरिंग। लेकिन ये एमपीज बड़े बिजी है जी दूसरों के बर्थडे सेलिब्रेट करने में। कहीं पर खाना खाने के लिए इनको बुला लो, बड़े आराम नाल पहुंच जाते हैं, लेकिन कम्युनिटी का कोई मसला हो वहां नहीं पहुंच सकते। पिछले दिनों मंदिर का भी एक मीटिंग था, वहां भी इनकी शक्ल नहीं देखी गई। कम्युनिटी के काम करने के लिए ये लोग आगे नहीं आते, लेकिन जहां खाने पीने का सेलिब्रेशन हो वहां पहले पहुंच जाते हैं। क्या इनके भूख मरती नहीं है इनके पेचेक से? कभी इन्होंने कम्युनिटी के लिए कुछ किया? कभी अपने घर पर दावत दी कम्युनिटी को? हमेशा देखा गया है कि दूसरे सेलिब्रेशन में जाकर वीवीआईपीज बन जाते हैं, लेकिन शर्म की बात है कि हमारी कम्युनिटी को भी समझ नहीं आती इस बात की। हमारे कम्युनिटी को भी नहीं पता चलता कि इस तरह के जो पॉलिटिशियंस हैं वो कुछ काम नहीं करने वाले हैं, बस घूम घूम कर खाते पीते रहते हैं, चाहे वो केक हुआ, चाहे पिनिया हुए या चाय, दे आर गुड फॉर दैट। लेकिन कम्युनिटी के काम करने के लिए हमेशा ये पीछे, इनको या तो काम करना नहीं आता या ये चाहते हैं कि हमारी कम्युनिटी ऐसे ही सफर करे। कभी इनको नाम दिया जाता है शादी ब्याह का मंत्री, तो कभी भोग मंत्री, अब जी बर्थडे मंत्री भी बन गए। तरक्कियां बहुत कर रहे हैं इस तरह से कम्युनिटी के साथ। आजकल बर्थडे मंत्री बना हुआ है। शर्म आनी चाहिए हमारे इन पॉलिटिशियंस को कि इस तरह के काम करना बंद करो। पहले तो कम्युनिटी में कोई
कंस्ट्रक्टिव काम करके तो दिखा। ये हमें बता के ऑटोवा में जाकर आपने आवाज उठाई है कि इंटरेस्ट हाइक, रेट हाइक होने की वजह से हमारे शहर में होम रेंटल क्राइसिस है, या फिर इनके अंग्रेजी मुक जाती है, या फिर ये बोलना नहीं जानते, या समथिंग डज हैपन टू देम, दे डोंट गो एंड टॉक अबाउट दिस इन ऑटोवा। लेकिन हाँ, इन्हें बता दो जी आज फलाने के बर्थडे सेलिब्रेट होना है, वहां पहुंच जाओ, या फलाना ने दावत रखी है वहां पहुंच जाओ, फिर ये दौड़ कर वहां पहुंचते हैं। आप हमारे होम स्क्रीन पे देख रहे होंगे एमपी सुख धालीवाल बर्थडे केक काटने में बिजी है। वहां पर हम लोग कल 2 स्टूडेंट्स की ये क्राइसिस में बिजी थे, होम रेंटल क्राइसिस में, और हमारे एमपी साहब केक काटने में बिजी है। इट्स वेरी शेम, बहुत शर्म आती है कि कम्युनिटी जहां पर नीड करते हैं इन पॉलिटिशियंस को, ये वहां नहीं होते, वहां नहीं पहुंचते। ये जिसका बर्थडे है वो भी केक काट सकता था, और भी उसके जो फ्रेंड्स हैं इर्द गिर्द बैठे हैं वो भी काट सकते थे केक, वो भी सेलिब्रेट कर सकते थे। लेकिन तुम्हारी जो जिम्मेदारी है कौम की तरफ, उस जिम्मेदारी को तो पूरा करो, उस जिम्मेदारी को पूरा करो, फिर जाके 1000 केक काट लो। काम इनसे कुछ होता नहीं, वोट्स के लिए कम्युनिटी के आगे पीछे घूमते रहते हैं, कभी भोग मंत्री बन जाते तो कभी शादी ब्याह के मंत्री, आज बर्थडे मंत्री भी बन गए। हाँ जी, ਮੰਤਰਾਲਿਆਂ ਦੇ ਵਿੱਚ ਬੜੋਤਰੀ ਦੇ ਲਈ ਆਸ਼ਾ ਜੀ ਬਹੁਤ ਬਹੁਤ ਵਧਾਈਆਂ, ਤਰੱਕੀਆਂ ਮਿਲੀਆਂ, ਬਹੁਤ ਬਹੁਤ ਵਧਾਈਆਂ ਇਸ ਤਰੱਕੀ ਦੀਆਂ। ਚਲੋ ਕਿਸੇ ਪਾਸੇ ਤਾਂ ਮਿਲੀ, ਪਰ ਨਾਲ ਇੱਕ ਸਵਾਲ ਇਹ ਵੀ ਉਠਾਇਆ ਗਿਆ ਹਾਂਜੀ, ਤੇ ਕਿ ਇਹ ਕਾਰਗੁਜ਼ਾਰੀਆਂ ਕਿੰਨੀਆਂ ਕੁ ਜ਼ਿਆਦਾ ਮਹੱਤਵਪੂਰਨ ਨੇ ਜਿਹਦੇ ਲਈ ਬਾਕੀ ਸਾਰੇ ਜਿਹੜੇ ਕੰਮ ਨੇ ਉਹ ਪਿੱਛੇ ਛੱਡੇ ਜਾਣ, ਉਹਨਾਂ ਨੂੰ ਅਣਗੌਲਿਆਂ ਕੀਤਾ ਜਾਵੇ ਔਰ ਇਸ ਕੰਮ ਨੂੰ ਤਰਜੀਹ ਦੇ ਤੌਰ ਤੇ ਵਰਤਿਆ ਜਾਵੇ। ਜ਼ਿਆਦਾਤਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹਿੰਦੇ ਆ ਜਿੱਥੇ ਵੀ ਹੁੰਦੀ ਆ ਉਹ ਫਟਾਫਟ ਉਹਦਾ ਪ੍ਰਦਰਸ਼ਨ ਹੁੰਦਾ। ਵੈਸੇ ਤਾਂ ਇਹ ਗੱਲ ਦੀ ਧਾਰਨੀ ਗੱਲ ਕਹਿੰਦੇ ਵੀ ਤੂੰ ਮੈਨੂੰ ਗੱਲ ਦਾ ਤਾਂ ਇਹ ਹਾਲ ਹੁੰਦਾ ਕਿ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਊਂ, ਪਰ ਇੱਥੇ ਦਾ ਗੱਲ ਇਹ ਹੈ ਵੀ ਸੋਸ਼ਲ ਮੀਡੀਆ 'ਤੇ ਫੋਟੋ ਪਾਈ ਨਹੀਂ ਤੇ ਫਟਾਫਟ ਜਿਹੜਾ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਆ ਉਹ ਨਸ਼ਰ ਵੀ ਹੋ ਜਾਂਦੀ ਹੈ ਤੇ ਚਰਚਾ ਵੀ ਸ਼ੁਰੂ ਹੋ ਜਾਂਦਾ। ਸਵਾਲ ਨਾਲ ਇਹ ਉੱਠਦਾ ਕਿ ਜਦੋਂ ਕਿ ਸਰੀ ਦੇ ਵਿੱਚ ਹਰ ਮਹੀਨੇ 1000 ਤੋਂ ਉੱਪਰ ਨਵੇਂ ਲੋਕ ਆ ਕੇ ਸਰੀ ਦੇ ਵਿੱਚ ਰਹਿਣਾ ਚਾਹੁੰਦੇ ਆ, ਕਿ 1000 ਲੋਕਾਂ ਦੇ ਲਈ ਹਰ ਮਹੀਨੇ ਘਰ ਬਣਦਾ? ਜੇ ਨਹੀਂ ਬਣਦਾ, ਜਿਹੜਾ ਕਿ ਆਬਵੀਅਸਲੀ ਦਿਸ ਰਿਹਾ ਹੈ, ਤਾਂ ਮੌਜੂਦਾ ਮਾਰਕੀਟ ਦਾ ਹਾਲ ਕੀ ਹੋਏਗਾ? ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਫੈਡਰਲ ਸਰਕਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਰਹੀ ਹੈ ਤੇ ਆਪਣੀ ਸੁਖਰਾ ਬੈਂਕ ਆਫ ਕੈਨੇਡਾ ਜਿਹੜਾ ਉਸਨੇ ਵੀ ਬੜੀ ਦਾਅਵੇਦਾਰੀ ਕੀਤੀ ਕਿ ਅਸੀਂ 2023 ਤੱਕ ਕੋਈ ਇੰਟਰਸਟ ਰੇਟ ਨਹੀਂ ਵਧਾਵਾਂਗੇ, ਪਰ ਇੰਟਰਸਟ ਰੇਟ ਵਧੇ ਔਰ ਅਗਲੇ ਹਫ਼ਤੇ ਫਿਰ ਵੱਧ ਜਾਣਾ, ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਸਤੰਬਰ ਦੇ। ਸੋ ਇੰਟਰਸਟ ਰੇਟ ਤੇ ਜਿਹੜੇ ਵਾਧੇ ਨੇ, ਉਹਨਾਂ ਨੇ ਜਿੱਥੇ ਮਕਾਨ ਮਾਲਕਾਂ ਨੂੰ ਆਪਣੇ ਪ੍ਰੈਸ਼ਰ ਰੇਟ ਕੀਤਾ, ਉੱਥੇ ਨਾਲ ਦੀ ਨਾਲ ਉਹ ਲੋਕ ਜਿਹੜੇ ਕਿਰਾਏ 'ਤੇ ਗੁਜ਼ਾਰਾ ਕਰਦੇ ਨੇ, ਕਿਰਾਏ 'ਤੇ ਆਪਣਾ ਘਰ ਬਣਾਉਂਦੇ ਨੇ, ਉਹਨਾਂ ਲਈ ਇਹ ਹੋਰ ਵੀ ਜ਼ਿਆਦਾ ਪੇਚੀਦਾ ਮਸਲਾ ਬਣ ਗਿਆ। ਕੋਈ ਵੀ ਵਿਅਕਤੀ ਜੋ ਕਿਰਾਏ 'ਤੇ ਰਹਿੰਦਾ, ਸੁਭਾਵਿਕ ਹੈ ਕਿ ਉਹ ਘਰ ਖਰੀਦ ਅਜੇ ਨਹੀਂ ਸਕਦਾ। ਇਹ ਨਹੀਂ ਕਿ ਭਵਿੱਖ 'ਚ ਨਹੀਂ ਖਰੀਦੇਗਾ, ਅਜੇ ਉਹ ਖਰੀਦ ਨਹੀਂ ਸਕਦਾ। ਉਹਦੀ ਬਜਟ ਦੀਆਂ ਲਿਮਿਟੇਸ਼ਨ ਨੇ ਜਿਹਦੇ ਵਿੱਚੋਂ ਬੱਚਤ ਨਹੀਂ ਕਰ ਸਕਦਾ। ਬੱਚਤ ਕਰੇਗਾ ਤਾਂ ਡਾਊਨ ਪੇਮੈਂਟ ਤਿਆਰ ਕਰੇਗਾ। ਅਗਰ ਕਿਰਾਇਆ ਕਿਸੇ ਦਾ ਇਤਨਾ ਜ਼ਿਆਦਾ ਵੱਧਦਾ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੱਲ੍ਹ ਆਸ਼ਾ ਨੇ ਜੀ ਗੱਲ ਕਰ ਰਹੀ ਸਾਂ, ਪਰਸੋਂ ਉਸ ਔਰਤ ਨੇ ਆ ਕੇ ਮੈਨੂੰ ਮਤਲਬ ਤਕਰੀਬਨ 10:30 ਵਜੇ ਜਗਾਇਆ ਮੇਰੀ ਬਿਲਡਿੰਗ ਦੇ ਵਿੱਚ। ਸ਼ੀ ਇਜ਼ ਵੈਰੀ ਨਾਈਸ ਲੇਡੀ। ਕਹਿੰਦੀ ਵੀ ਮੈਂ ਤੇ ਮੇਰੀ ਬੇਟੀ ਹੈ ਜਿਹੜੀ ਕਿ ਡਿਸੇਬਿਲਿਟੀ ਤੇ ਬਿਮਾਰ ਹੈ, ਤੇ ਮੇਰੀ ਦੋਤਰੀ ਹੈ, ਅਸੀਂ 3 ਜਾਣੇ ਰਹਿੰਦੇ ਆ, ਤੇ ਮੇਰੇ ਅਪਾਰਟਮੈਂਟ ਦਾ ਜਿਹੜਾ ਕਿਰਾਇਆ ਹੈ, ਮੈਨੂੰ ਮਾਲਕ ਮਕਾਨ ਨੇ ਕਿਹਾ ਵੀ ਤੂੰ ਆਪਣਾ ਬਾਹਰ ਤੁਰਦੀ ਬਣ, ਕਿਉਂਕਿ ਤੂੰ ਮੇਰੀ ਲਾਇਬਿਲਟੀ ਆ। ਮੈਂ ਚੈਰਿਟੀ ਕੇਸ ਨਹੀਂ ਖੋਲ੍ਹਿਆ ਹੋਇਆ ਕਿ ਤੈਨੂੰ ਅਪਾਰਟਮੈਂਟ ਹੈ ਜਿਹੜੀ ਉਹ ਰੈਂਟ ਦੇ ਉੱਤੇ $1300 ਦੇ ਵਿੱਚ ਦੇਵਾਂ। ਮੇਰੀ ਅਪਾਰਟਮੈਂਟ ਤਾਂ 3000 ਨੂੰ ਚੜ੍ਹਦੀ ਹੈ। ਕਹਿੰਦੇ ਇੱਕ ਅੱਧੀ ਵਾਰੀ ਉਹਨੇ ਇਸ ਤਰ੍ਹਾਂ ਕਿਹਾ, ਤੇ ਉਸ ਤੋਂ ਬਾਅਦ ਹੁਣ ਉਹਨੇ ਮੈਨੂੰ ਨੋਟਿਸ ਦੇ ਦਿੱਤਾ ਵੀ ਤੂੰ ਬਾਹਰ ਚੱਲ, ਕਿਉਂਕਿ ਇਸ ਅਪਾਰਟਮੈਂਟ ਦੇ ਵਿੱਚ ਮੈਂ ਮੂਵ ਹੋਣਾ। ਮੈਨੂੰ ਕਿਹਾ ਕਿ ਇਸ ਤਰ੍ਹਾਂ ਉਹ ਕਰ ਨਹੀਂ ਸਕਦੇ, ਜੇ ਕਰਦੇ ਆ ਤਾਂ 6 ਮਹੀਨੇ ਤੱਕ ਨਿਗਾਹ ਰੱਖਣੀ ਪਏਗੀ। ਸ਼ੀ ਸੈਡ ਵੈਰੀ ਫਰੈਂਕਲੀ, ਕਹਿੰਦੀ ਮੇਰੇ 'ਚ ਕਪੈਸਿਟੀ ਨਹੀਂ ਹੈ
ਕਿ ਮੈਂ ਇੰਨਾ ਕੁਝ ਲੜ ਸਕਾਂ। ਨੰਬਰ 1 ਤਾਂ ਮੇਰੀ ਆਪਣੀ ਉਮਰ ਜ਼ਿਆਦਾ ਹੈ, ਮੇਰੇ ਹਸਬੈਂਡ ਦੀ ਮੌਤ ਤੋਂ ਬਾਅਦ ਮੈਂ ਆਪ ਖੁਦ ਉਨੀ ਜ਼ਿਆਦਾ ਮੈਂਟਲੀ ਤੇ ਫਿਜ਼ੀਕਲੀ ਸਟਰੋਂਗ ਨਹੀਂ ਆ। ਬੇਟੀ ਮੇਰੀ ਜਿਹੜੀ ਆ ਉਹ ਬਿਮਾਰ ਔਰ ਡਿਸੇਬਿਲਟੀ ਤੇ ਆ, ਉਹਦੀ ਬੇਟੀ ਟੀਨੇਜਰ। ਪਲੀਜ਼ ਮੈਨੂੰ ਅਪਾਰਟਮੈਂਟ ਕੋਈ ਥਾਂ ਲੱਭਣ ਦੀ, ਰਹਿائش ਲੱਭਣ ਦੇ ਵਿੱਚ ਮੇਰੀ ਮਦਦ ਕਰ। ਮੈਨੂੰ ਆਸ਼ਾ ਨਾਲ ਬੜਾ ਤਰਸ ਆਇਆ। ਸ਼ੀ ਇਜ਼ ਵਨ ਆਫ ਦਾ ਵੈਰੀ ਨਾਈਸ ਪੀਪਲ। 30 ਸਾਲਾਂ 'ਚ ਮੈਨੂੰ ਕੋਈ ਇੰਨੀ ਮਤਲਬ ਸਾਊ ਸ਼ਰੀਫ ਤੇ ਇਮਾਨਦਾਰ ਜਿਹੜੀ ਔਰਤ ਹੈ ਮੈਨੂੰ ਉਸ ਬਿਲਡਿੰਗ ਦੇ ਵਿੱਚ ਨਹੀਂ ਮਿਲੀ ਜਿੰਨੀ ਉਹ ਹੈ। ਹਾਂਜੀ। ਪਰ ਉਹਨੇ ਜਿਹੜੀ ਗੱਲ ਦੱਸੀ ਉਹ ਮੇਰੇ ਰੋਂਗਟੇ ਖੜੇ ਹੋ ਗਏ। $1300 ਰੈਂਟ ਦੇਣ ਵਾਲਾ 3000 ਰੈਂਟ ਕਿਵੇਂ ਦੇ ਦੇਗਾ? ਹਾਊ ਦੇ ਕੈਨ ਅਫੋਰਡ? there is no way ਕਿ 1300 ਤੋਂ 3000 ਕਹਿੰਦੇ ਉਹ ਰੈਂਟ ਦੇਣ ਤੋਂ ਉਪਰੰਤ ਅਸੀਂ ਮਾੜਾ ਮੋਟਾ ਟੇਬਲ ਦੇ ਉੱਤੇ ਖਾਣਾ ਰੱਖ ਸਕਦੇ ਹਾਂ। ਵੀ ਕੈਨ ਨਾਟ ਅਫੋਰਡ ਐਨੀ ਕਾਈਂਡ ਆਫ ਲਗਜ਼ਰੀਜ਼ ਹਾਂਜੀ ਔਰ ਆਊਟ ਈਟਿੰਗਸ। ਫਿਰ ਉਹ 3000 ਜਿਹੜੀ ਕਿ ਟੋਟਲ ਇਨਕਮ ਹੈ, ਟੋਟਲ ਇਨਕਮ ਹੈ ਉਹਦੀ ਓਲਡ ਬਜ਼ੁਰਗ ਦੀ ਪੈਨਸ਼ਨ ਤੇ ਨਾਲ ਦੀ ਨਾਲ ਜਿਹੜੀ ਡਿਸੇਬਿਲਟੀ ਹੈ ਉਹ ਸਾਰੇ ਦੀ ਸਾਰੀ ਹਾਊਸ ਹੋਲਡ ਇਨਕਮ ਕਹਿੰਦੀ $3200 ਹੈ। ਤੇ ਉਹ ਮੈਂ ਕੀ ਕਰਾਂ? ਹਾਊ ਵਿਲ ਆਈ ਡੂ? ਇਹ ਇੱਕ ਕਹਾਣੀ ਹੈ। ਜਿਸ ਤਰ੍ਹਾਂ ਕੱਲ ਵੀ ਦੱਸ ਰਹੇ ਸਾਂ, ਮੇਰੇ ਸੁਣ ਕੇ ਮਤਲਬ ਰੋਂਗਟੇ ਖੜੇ ਹੋ ਗਏ ਕਿ ਇੱਕ ਕਮਰਾ, ਕੋਨਿਆਂ 'ਚ 2 ਮੰਜੇ ਲਾਏ ਹੋਏ ਆ, $800 ਉਹਦਾ ਕਿਰਾਇਆ, ਬਾਥਰੂਮ ਉਹ ਸ਼ੇਅਰ ਕਰਦੇ ਆ, ਬਾਕੀ ਹੋਰ 3 ਕਮਰਿਆਂ ਦੇ ਵਿੱਚ 2-2 ਰਹਿਣ ਵਾਲਿਆਂ ਦੇ ਨਾਲ। ਰਸੋਈ ਦੇ ਵਿੱਚ ਉਹਨਾਂ ਨੂੰ ਖਾਣਾ ਬਣਾਉਣਾ ਅਲਾਊਡ ਹੈ ਨਹੀਂ, ਸਟੋਵ ਚੱਕਿਆ ਹੋਇਆ। ਖਾਣਾ ਤੁਸੀਂ ਬਾਹਰ ਆਪਣੀ ਟਿਫਨ ਸਰਵਿਸ ਰੱਖੋ। ਔਰ ਚੁਣੇ ਹੋਏ ਨੁਮਾਇੰਦੇ ਇਸ ਗੱਲੋਂ ਕੰਨ ਤੇ ਉਹਨਾਂ ਦੇ ਜੂੰ ਨਹੀਂ ਸਰਕਦੀ। ਔਰ ਉਹ ਬਿਜ਼ੀ ਨੇ ਜੀ ਕੇਕ ਕਟਿੰਗ ਸੈਰਾਮਨੀ ਦੇ ਵਿੱਚ, ਚਾਹੇ ਬਾਕੀ ਪ੍ਰੋਗਰਾਮ ਨੇ ਜਿਹੜੇ ਨੇ ਉਹਨਾਂ ਨੂੰ ਡਿਲੇ ਕਰਨਾ ਪਵੇ ਜਾਂ ਕੁਝ ਵੀ ਕਰਨਾ ਪਵੇ, ਉੱਥੇ ਜ਼ਰੂਰ ਹੋਣੇ ਚਾਹੀਦੇ ਆ। ਫੀਲ ਗੁੱਡ ਕਿ ਇਹ ਐਂਟਾਈਟਲਮੈਂਟ ਹੈ ਜਿਹੜੀ ਇਹ ਇਸ ਕਦਰ ਲੋਕਾਂ ਦੇ ਜ਼ਿਹਨ ਦੇ ਵਿੱਚ ਭਰ ਗਈ ਹੈ ਕਿ ਉਹ ਲੋਕ ਜਿਹੜੇ ਇਸ ਵਕਤ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਹੈ। ਯਾਦ ਰਹੇ ਆਸ਼ਾ ਨਾ, ਇੰਟਰਨੈਸ਼ਨਲ ਸਟੂਡੈਂਟਸ ਨਵੇਂ ਆਏ ਇਮੀਗ੍ਰੈਂਟ ਹੀ ਨਹੀਂ, ਸਾਡੇ ਸੀਨੀਅਰਸ, ਵੈਟਰਨਸ, ਉਹ ਲੋਕ ਜਿਨ੍ਹਾਂ ਨੇ ਹੁਣ पेंशनर ने, how they can survive? बिल्कुल, आपने एक बात कही कि चाहे बेशक इन पॉलिटिशियंस को अपने जो काम है उसे डिले करना पड़ा। कल भी मुझे पता चला कि फ़्लाइट कैंसल्स हुए, फ़्लाइट रीबुक किया गया। और एमपी के जो कारगुजारी है, शर्म आती है कि एक बर्थडे सेलिब्रेशन के लिए वो अपने फ़्लाइट्स बुकिंग रीबुक कर रहा है या फ़्लाइट्स कैंसिल कर रहा है। और मैंने ऑलरेडी प्राइम मिनिस्टर के दफ्तर ईमेल भेज दी है कि दिस इज़ व्हाट वी हर्ड, कैन यू कंफर्म दिस? क्योंकि प्राइम मिनिस्टर के दफ्तर में सारे एयर कनाडा के इटनरी होते हैं, एमपीज़ और मिनिस्टर्स की। तो वी वांट टू नो कि वाकई ये एमपी जो हमें हमारे सोर्सेस के मुताबिक जो हमें खबर मिलती है कि ये एमपीज़ एक बर्थडे सेलिब्रेट करने के लिए अपने फ़्लाइट रीबुक करा रहे हैं या डिले करा रहे हैं, या फिर ये सिर्फ अपने नंबर बनाने के लिए कौम के सामने ऐसी बातें कहकर बड़े खुशी मिलती है इनको। इनका जो पर्दाफाश है वो करना ज़रूरी है। तो बहुत ही जल्द मुझे पता चल जाएगा एयर कनाडा से कि वाकई इसने रीबुक कराई या डिले किया फ़्लाइट अपना। इसके बारे में भी कम्युनिटी को मैं ज़रूर बताऊंगी कि ये सिर्फ फील गुड करने वाला बातें कर कर कम्युनिटी को उल्लू बना रहा है, या फिर वाकई ये हमारे टैक्स पेयर्स डॉलर्स को बर्बाद कर रहा है इस तरह से रीबुक करके फ़्लाइट या फ़्लाइट कैंसिल करके। क्योंकि ये फ़्लाइट ये अपने कमाई से, अपने मेहनत के कमाई से नहीं पे करते हैं, ये हम लोगों के टैक्स पेयर्स डॉलर्स के इस्तेमाल किया जाता है इन फ़्लाइट्स में। तो इसके बारे में भी मैं आप लोगों को सच्चाई ज़रूर बताऊंगी। ईदर इट्स गोना बी ऑन माई फेसबुक पेज और माई यूट्यूब चैनल। मैं इसकी सच्चाई भी आप लोगों को बताऊंगी। लेकिन हैरानी की बात कि ड्यू टू देयर गवर्नमेंट इंटरेस्ट रेट हाइक हुआ है और सरी में इस समय होम रेंटल क्राइसिस चल रही है, लेकिन इन्होंने ये मैसेज ऑटवा जाकर नहीं बताना, नहीं बात करना। या तो ये गूंगे हो जाते हैं ऑटवा जाकर, या फिर ये लोग अंग्रेज़ी भूल जाते हैं वहाँ जाकर कम्युनिकेशन करने के लिए, या इन्हें अच्छा लगता है कि हमारे शहर में इस तरह से होम रेंटल क्राइसिस हो। बहुत शर्म की बात है, लेकिन हकीकत है, यही फैक्ट है
इसको आपको समझना जानना बहुत ज़रूरी है। कम्युनिटी से भी मैं इल्तिजा करती हूँ, जब ऐसे इवेंट्स में, बर्थडे पार्टीज में, सेलिब्रेशंस में ये वोट के लिए दौड़ लगाते हैं, एमपीज पॉलिटिशियंस दौड़ लगाते हैं, तो इनको अकाउंटेबल ठहराओ, इनसे पूछो, सवाल करो इनसे कि क्या किया है तुमने हमारे शहर के लिए। आर यू इवन अवेयर ऑफ दीज इश्यूज? डू यू इवन टॉक अबाउट दीज इश्यूज? मुझे कभी कभी अपने कम्युनिटी पे शर्म महसूस होती है कि हमारे कम्युनिटी इनको देखकर बस इतना ज़्यादा खुश हो जाते, जी एमपी आ गए, एमपी आ गए, एमपी आ गए, और नहीं कोई भूत तो नहीं आ गया, ऐसे दौड़ लगाते हैं। लेकिन जो सवाल है वो इनसे नहीं पूछते। क्यों नहीं पूछते? किस बात की डर है? आई डोंट नो। अगर हमारी कम्युनिटी इसी तरह से रहेंगे तो आगे नहीं बढ़ पाएंगे। क्या उस सेलिब्रेशन में कम्युनिटी लीडर्स नहीं थे जो ये सवाल कर सकते हैं एमपी से? लेकिन नहीं, हमारे कम्युनिटी लीडर्स खुश होते हैं उन्हें केक खिलाकर, केक कटवा के। हम लोग कभी कभी सोचते हैं कि हमारे साथ ऐसा क्यों होता है। इट्स जस्ट बिकॉज ऑफ अस, क्योंकि हम लोग इनको बढ़ाते हैं, हम लोग इनको इतना वो कहते हैं कि इतना ज्यादा बड़े दर्जा देते हैं। क्यों? क्या आप लोगों को नहीं पता कि ये हमारे सर्वेंट होते हैं जो पॉलिटिशियंस होते हैं? ये हमारे टैक्स पेयर्स डॉलर्स से इनको तनख्वाह मिलती है। आज अगर हम लोग टैक्स देना बंद कर देंगे, इनको तनख्वाह भी नहीं मिलेगी। इस बात को जरा सोचो। दे आर देयर टू सर्व द कम्युनिटी, लेकिन नहीं, हम वी कम्युनिटी वांट सर्व देम। ये हम लोगों की कमी है और हमें इस बात को महसूस करना चाहिए। वी हैव टू know this कि they are here to serve us. We should not be serving them. हमें क्या जरूरत है ऐसे गैदरिंग्स में इनको बुलाने को और इस तरह के गैदरिंग्स में इनको बल्ले बल्ले कराने की? Why? ये कौन सा चाचा भतीजा वाली खेल खेला जा रहा है? खैर, इस बारे में भी बात करेंगे आफ्टर क्विक कमर्शियल ब्रेक। ਐਕਸਪ੍ਰੈਸ ਐਂਟਰੀ ਦੇ ਵਿੱਚ ਪੀਆਰ ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209 7928 128 ਸਟੇਟ 604-597-1119 ਆਈਡੀਆ ਇਮੀਗ੍ਰੇਸ਼ਨ। घर दा प्लान ते बन गया, टूटियां ते टब कित्थों लेने आ शेरिया? सरदार नॉर्थ अमेरिका दा सब तो बड़ा ते सब तो सोहना शोरूम है HD प्रोडक्ट। ए तो बिना किते होर गल नहीं बननी। कमाओ ए फोन 604 231 95 हुणे लो सरदार 604 231 95 अपने ड्रीम हाउस विच बाथरूम अते किचन दी यूनिक लुक वास्ते एक गेड़ा HTA दे शोरूम सिम्पसन अते ब्रिजपोर्ट दे कॉर्नर ते जरूर मारो। कॉल HTA 604 231 9592। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨਿਟ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। बिरयानी, गोट कढ़ाई, निहारी चिकन कढ़ाई, बाबा की बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भुल नहीं सकती। अभी भी हाथों से खुशबू नहीं जा रही। ਹਾਂ, ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿस्तान ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ।
ਕੱਕਾ ਖੱਕਾ ਗੱਗਾ ਖੱਗਾ ਘਰ ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 6045725553 ਡਾਇਰੈਕਟ ਫਰਨੀਚਰ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਸਪਾਂਸਰ ਨੇ ਫੈਮਿਲੀ ਕੇਅਰ ਫਾਰਮੇਸੀ। ਕਮਿਊਨਿਟੀ ਦੀ ਆਪਣੀ ਫਾਰਮੇਸੀ ਹੈ ਜਿੱਥੋਂ ਹਰ ਪ੍ਰਕਾਰ ਦੀ ਦਵਾਈ ਬੂਟੀ, ਵਿਟਾਮਿਨ, ਸਪਲੀਮੈਂਟਸ, ਹਰਬਲ ਮੈਡੀਸਨਸ ਤੁਸੀਂ ਲੈ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫਤੇ ਦੇ 7 ਦਿਨ ਖੁੱਲ੍ਹੇ ਰਹਿਣ ਵਾਲੇ ਫੈਮਿਲੀ ਕੇਅਰ ਫਾਰਮੇਸੀ ਦੀਆਂ 3 ਲੋਕੇਸ਼ਨਸ ਨੇ ਸਰੀ, ਡੈਲਟਾ ਅਤੇ ਵਾਈਟ ਰੌਕ ਵਿਖੇ। 6045811900 ਤੇ ਕਰ ਸਕਦੇ ਹੋ ਜੀ ਕਾਲ। ਬਾਕੀ ਪੈਰਾਮਾਉਂਟ ਕਾਰਪੈਟ ਕਲੀਨਿੰਗ ਵਾਲੇ ਮਾਨਸਾ ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵੀ ਸਾਡੇ ਸਹਿਯੋਗੀ ਨੇ। 6048613600 ਤੇ ਤੁਸੀਂ ਕਰ ਸਕਦੇ ਹੋ ਉਹਨਾਂ ਨਾਲ ਕਾਲ ਸੰਪਰਕ। ਇਸ ਦੇ ਨਾਲ ਪੈਰਾਮਾਉਂਟ ਕਾਰਪੈਟ ਕਲੀਨਿੰਗ ਵਾਲਿਆਂ ਨੂੰ ਕੀਤੀ ਹੋਈ ਇੱਕ ਕਾਲ ਤੁਹਾਡੇ ਲਈ ਬੜੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਕਾਰਨ ਹੈ ਜੀ ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟਡ ਸਟੀਮ ਕਲੀਨਿੰਗ ਸਿਸਟਮ ਹੈ। ਇਸ ਕਰਕੇ ਕਾਰਪੈਟ ਕਲੀਨਿੰਗ, ਅਪਹੋਲਸਟਰੀ ਕਲੀਨਿੰਗ, ਮੈਟਰਸ ਕਲੀਨਿੰਗ, ਡਕ ਕਲੀਨਿੰਗ ਤੇ ਫਾਈਨੈਂਸ ਕਲੀਨਿੰਗ ਆਲਾ ਦਰਜੇ ਦੀ ਕਰਦੇ ਨੇ। ਟਾਇਲ ਤੇ ਗਰਾਊਟ ਕਲੀਨਿੰਗ ਕਰਨ ਦੇ ਵਿੱਚ ਮਾਹਰ ਨੇ। ਫਲੋਰ ਟਾਇਲਸ, ਕਿਚਨ ਟਾਇਲਸ ਤੇ ਵਾਸ਼ਰੂਮ ਟਾਇਲ ਸਟੀਮ ਕਲੀਨਿੰਗ ਨਾਲ ਸਾਫ਼ ਕਰਦੇ ਨੇ। ਭਾਵੇਂ ਬਿਲਡਿੰਗਸ ਕਮਰਸ਼ੀਅਲ ਨੇ ਜਾਂ ਫਿਰ ਰੈਜ਼ੀਡੈਂਸ਼ੀਅਲ ਨੇ, ਆਫਿਸਿਸ ਜਾਂ ਬੈਂਕਟ ਹਾਲਸ ਨੇ, ਬੈਸਟ ਕਾਰਪੈਟ ਤੇ ਫਲੋਰ ਕਲੀਨਿੰਗ ਦੇ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਪੈਰਾਮਾਉਂਟ ਕਾਰਪੈਟ ਕਲੀਨਿੰਗ ਵਾਲੇ ਮਾਨ ਸਾਹਿਬ ਨੂੰ ਕਰੋ ਫੋਨ 604 861 3600 6048613600 ਤੇ ਕਰ ਸਕਦੇ ਹੋ ਜੀ ਕਾਲ। ਬਾਕੀ ਪਾਇਲ ਚਾਟ ਹਾਊਸ ਸਰੀ ਦਾ ਪਹਿਲਾ ਰੈਸਟੋਰੈਂਟ ਹੈ ਜਿਹੜਾ 24 ਘੰਟੇ ਖੁੱਲ੍ਹਦਾ ਪਾਇਲ ਬਿਜ਼ਨਸ ਸੈਂਟਰ ਵਿਖੇ ਹੈ। ਅੱਧੀ ਰਾਤ ਪਹਿਰ ਦੇ ਤੜਕੇ ਵੀ ਭੁੱਖ ਲੱਗਦੀ ਹੈ, ਸਮਾਂ ਨਾ ਵਿਚਾਰੋ, ਨਾ ਹੀ ਝਿਜਕੋ, ਕਰੋ ਕਾਲ, ਬੈਠ ਕੇ ਖਾਣੇ ਦਾ ਆਨੰਦ ਮਾਣੋ ਜਾਂ ਪਿਕ ਕਰ ਸਕਦੇ ਹੋ। 6045961990 ਤੇ ਕਾਲ ਕਰੋ। ਬਾਕੀ 100 ਬੰਦੇ ਤੱਕ ਦੀ ਕੇਟਰਿੰਗ ਲਈ ਹਰਨੇਕ ਹੋਰਾਂ ਦਾ ਟੈਲੀਫੋਨ ਨੰਬਰ 6045187444 ਹੈ। ਕੰਮ ਦੀ ਤਲਾਸ਼ ਦੇ ਵਿੱਚੋਂ ਤਾਂ ਟਰੱਕ ਡਰਾਈਵਰ ਵੀਰਾਂ ਲਈ ਸੁਨਹਿਰੀ ਮੌਕਾ ਹੈ। ਕੰਪਨੀ ਨੂੰ ਲੋਕਲ ਤੇ ਲੌਂਗ ਹੌਲ ਟਰੱਕ ਡਰਾਈਵਰਾਂ ਦੀ ਤੁਰੰਤ ਜ਼ਰੂਰਤ ਹੈ। ਤੁਹਾਡੇ ਪਾਸ 1 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। 6047254259 ਦੇ ਉੱਤੇ ਕਰੋ ਕਾਲ।
ਲੌਂਗ ਹਾਲ ਡਰਾਈਵਰਸ ਨੂੰ 70 ਸੈਂਟ ਪ੍ਰਤੀ ਮੀਲ ਦੇ ਹਿਸਾਬ ਨਾਲ ਪੇ ਕੀਤਾ ਜਾਏਗਾ। ਸੋ 1 ਸਾਲ ਦਾ ਤਜਰਬਾ ਰੱਖਣ ਵਾਲੇ ਟਰੱਕ ਡਰਾਈਵਰ ਵੀ ਕਰਨ ਸੰਪਰਕ ਲੋਕਲ ਕੰਪਨੀ ਦੇ ਨਾਲ, ਜਿਨ੍ਹਾਂ ਨੂੰ ਲੋਕਲ ਤੇ ਲੌਂਗ ਹਾਲ ਟਰੱਕ ਡਰਾਈਵਰ ਤੁਰੰਤ ਚਾਹੀਦੇ ਨੇ। 6047254259 ਤੇ ਫੌਜਦਾਰੀ ਮਾਮਲਾ ਪੈ ਗਿਆ ਤਾਂ ਉਸ ਦੇ ਲਈ ਤੁਸੀਂ ਕ੍ਰਿਮੀਨਲ ਲਾਇਰ ਗਗਨ ਨਾਹਲ ਦੇ ਨਾਲ ਯਕਦਮ ਸੰਪਰਕ ਕਰੋ। 6045274749 ਤੇ ਸੈਕਸ਼ੂਅਲ ਅਸੌਲਟ ਥੈਫਟ ਡਰਾਈਵਿੰਗ ਅਫੈਂਸਿਸ ਵਰਗੇ ਚਾਰਜਸ ਦਾ ਸਾਹਮਣਾ ਕਰ ਰਹੇ ਹੋ ਤਾਂ ਬੈਸਟ ਰਿਜ਼ਲਟ ਲੈ ਕੇ ਤੁਹਾਨੂੰ ਦੇਣਗੇ ਕ੍ਰਿਮੀਨਲ ਲਾਇਰ ਗਗਨ ਨਾਹਲ। ਇਹਨਾਂ ਨੇ BC, ਅਲਬਰਟਾ, ਮੈਨੀਟੋਬਾ ਤੇ ontario ਵਰਗੇ 4 ਸੂਬਿਆਂ ਦੇ ਵਿੱਚ ਬੜੇ ਪੇਚੀਦਾ ਕ੍ਰਿਮੀਨਲ ਕੇਸ ਜਿੱਤ ਕੇ ਆਪਣੇ ਕਲਾਇੰਟਸ ਨੂੰ ਦਿੱਤੇ ਨੇ। ਕ੍ਰਿਮੀਨਲ ਲਾਇਰ ਗਗਨ ਨਾਹਲ ਦੇ ਦਫ਼ਤਰ ਦਾ ਪਤਾ ਹੈ ਯੂਨਿਟ ਨੰਬਰ 6625 ਵਿਜ਼ਿਟ ਕਰੋ ਜੀ। 6625 152A ਸਟੇਟ 6045274769 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕ੍ਰਿਮੀਨਲ ਲਾਇਰ ਗਗਨ ਨਾਹਲ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ, ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗੀ ਨੇ। ਇਸ ਦੇ ਨਾਲ ਗੱਲਬਾਤ ਚੱਲ ਰਹੀ ਹੈ ਅੱਜ ਖਾਸ ਤੌਰ ਦੇ ਉੱਤੇ ਸਰੀ ਦੇ ਵਿੱਚ ਰੈਂਟਲ ਜਿਹੜੀ ਮਾਰਕੀਟ ਹੈ ਉਹ ਕ੍ਰਾਈਸਿਸ ਦੇ ਵਿੱਚ ਹੈ। ਇੰਟਰਸਟ ਰੇਟ ਨੇ ਜਿਹੜੇ ਵਾਧਾ ਇੰਟਰਸਟ ਰੇਟ ਦਾ ਵਾਧਾ ਉਹ ਇਸ ਦੇ ਉੱਤੇ ਹੋਰ ਵੀ ਮਾੜਾ ਜਿਹੜਾ ਅਸਰ ਪਾ ਰਿਹਾ। ਨਿਰਸੰਦੇਹ ਇਨਵੈਂਟਰੀ ਜਿਹੜੀ ਆ ਉਹ ਤਾਂ ਘੱਟ ਹੈ ਹੀ, ਇੰਟਰਸਟ ਰੇਟ ਦਾ ਵਾਧਾ ਹੈ ਜਿਹੜਾ ਉਹ ਹੋਰ ਵੀ ਮਾੜਾ ਅਸਰ ਪਾ ਰਿਹਾ, ਜਿਸ ਦੇ ਕਾਰਨ ਟ੍ਰਿਪਲ ਡਾਮੀ ਬਣੀ ਪਈ ਹੈ। ਪਰ ਫੈਡਰਲ ਸਰਕਾਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਜਿਹੜੇ ਸਾਡੇ ਮੈਂਬਰਸ ਨੇ, MPs ਨੇ, ਉਹ ਆਪਣੇ ਜਸ਼ਨਾਂ ਦੇ ਵਿੱਚ ਬਿਜ਼ੀ ਨੇ। ਸੁਭਾਵਕ ਹੈ ਕਿ ਕਿਸੇ ਦੀ ਤਾਂ ਜਾਨ ਤੇ ਆਈ ਹੋਵੇ ਤੇ ਉਹਨਾਂ ਨੂੰ ਆਟਵਾ ਵਿਖੇ ਰਿਪਰੈਜ਼ੈਂਟ ਕਰਨ ਵਾਲੇ ਜਸ਼ਨ ਮਨਾਉਂਦੇ ਹੋਣ ਔਰ ਜਸ਼ਨਾਂ ਦੇ ਪ੍ਰਦਰਸ਼ਨ ਜਿਹੜੇ ਨੇ ਸੋਸ਼ਲ ਮੀਡੀਆ ਤੇ ਖੁੱਲ੍ਹੇ ਹੁੰਦੇ ਹੋਣ ਤੇ ਲੋਕਾਂ ਦੇ ਜ਼ਿਹਨ ਦੇ ਵਿੱਚ ਤਾਂ ਰੋਹ ਆਉਣਾ, ਗੁੱਸਾ ਆਉਣਾ ਲਾਜ਼ਮੀ ਹੈ। ਅੱਛਾ ਨੇ ਜੀ, ਗੱਲ ਇਹ ਵੀ ਹੈ ਹਾਂਜੀ, ਆਖਰਕਾਰ ਕਿਉਂ? ਕਿੰਨੇ ਸਵਾਲ ਨੇ, ਤੁਸੀਂ ਇੱਕ ਸਵਾਲ ਉਠਾਇਆ, ਮੈਂ ਉਹਦੇ ਨਾਲ ਇੱਕ ਤੁਹਾਨੂੰ ਹੋਰ ਵੀ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਪਤਾ ਤਾਂ ਜੀ ਕਰਨਾ ਹੀ ਹੈ ਕਿ ਇਹ ਕਾਰਗੁਜ਼ਾਰੀ ਹੈ ਜਿਹੜੀ ਖਾਸ ਤੌਰ ਦੇ ਉੱਤੇ ਇਸ ਜਸ਼ਨ ਦੇ ਵਿੱਚ ਸ਼ਮੂਲੀਅਤ ਦੇ ਕਾਰਨ ਆਪਣੀ ਜਿਹੜੀ ਜਾਣ ਦਾ ਪ੍ਰੋਗਰਾਮ ਆ ਉਹਦੇ ਵਿੱਚ ਆਈ ਹੋਈ ਤਬਦੀਲੀ, ਉਹ ਤਾਂ ਤੁਸੀਂ ਪਤਾ ਕਰਨਾ ਹੀ ਹੈ ਵੀ ਹੋਈ ਵੀ ਹੈ ਜਾਂ ਨਹੀਂ। ਹਾਂਜੀ, ਗੁਜ਼ਾਰਿਸ਼ ਹੈ ਨਾਲ ਇੱਕ ਹੋਰ ਵੀ ਪਤਾ ਕਰ ਲਿਓ ਜੀ, ਕਿਉਂਕਿ ਆਮ ਜਨਤਾ ਜਿਹੜੀ ਹੈ, ਕੋਈ ਵੀ ਹੋਵੇ, 에ਅਰਲਾਈਨ ਦੇ ਲਈ ਤਾਂ ਤੁਸੀਂ ਪੈਸੇਂਜਰ ਹੋ ਜੀ, ਤੁਸੀਂ ਕਿਸੇ ਵੀ ਆਪਣੀ ਫਲਾਈਟ ਦੇ ਵਿੱਚ ਤਬਦੀਲੀ ਕਰਦੇ ਹੋ, ਕੈਂਸਲ ਕਰਦੇ ਹੋ, ਰੀਬੁਕਿੰਗ ਕਰਦੇ ਹੋ ਜਾਂ ਚੇਂਜ ਕਰਦੇ ਹੋ, ਉਹਦੇ ਚਾਰਜਸ ਹੁੰਦੇ ਆ। ਬਿਲਕੁਲ। ਉਹ ਚਾਰਜਸ ਕੀ MP ਖੁਦ ਪੇ ਕਰ ਰਹੇ ਨੇ ਜਾਂ ਕਿ ਉਹ ਵੀ ਪਬਲਿਕ ਟੈਕਸ ਪੇਅਰ ਦੇ ਜਿਹੜੀ ਫੰਡਿੰਗ ਆ ਉਹਦੇ ਵਿੱਚੋਂ ਜਾ ਰਿਹਾ, ਇਹ ਵੀ ਪਤਾ ਕਰ ਲਿਓ ਨਾਲ। ਕਾਰਨ ਇਹ ਹੈ ਕਿਉਂਕਿ ਕੋਈ ਵੀ ਵਿਅਕਤੀ ਜਿਹੜਾ ਪਬਲਿਕ ਸਰਵੈਂਟ ਆ, ਪਬਲਿਕ ਦੇ ਜਿਹੜੇ ਫੰਡਸ ਨੇ ਉਹਨਾਂ ਦੀ ਵਰਤੋਂ ਕਰਦਾ ਆਪਣੀਆਂ ਸੇਵਾਵਾਂ ਦੇਣ ਦੇ ਲਈ, ਤਾਂ ਸੁਭਾਵਕ ਹੈ ਇੱਕ ਪੈਸੇ ਦਾ ਜਿਹੜਾ ਹਿਸਾਬ ਆ ਉਹ ਦੇਣਾ ਲਾਜ਼ਮੀ ਹੈ। ਜਿਸ ਤਰ੍ਹਾਂ CRA ਕਹਿੰਦੀ ਹੈ ਜੀ, ਜਿੰਨੀ ਤੁਹਾਡੀ ਆਮਦਨ ਹੈ ਤੇ ਜਿੰਨੇ ਤੁਹਾਡੇ ਖਰਚੇ ਨੇ, ਜਿੰਨਾ ਤੁਹਾਡਾ ਲਾਭ ਹੈ, ਉਹਦੇ ਵਿੱਚੋਂ ਸਾਡਾ ਟੈਕਸ ਦਾ ਹਿੱਸਾ ਜ਼ਰੂਰ ਦਿਓ ਸਾਨੂੰ। ਠੀਕ ਉਸੇ ਤਰੀਕੇ ਨਾਲ ਗੱਲ ਵੱਖਰੀ ਹੈ ਵੀ ਕਈ ਲੋਕੀ ਉਹਦੇ ਵਿੱਚ ਵੀ ਹੇਰਾਫੇਰੀਆਂ ਕਰ ਜਾਂਦੇ ਆ, ਪਰ ਇੱਥੇ ਜ਼ਰੂਰ ਇਹ ਪਤਾ ਕਰ ਲਿਓ ਕਿ ਇਹ ਜਿਹੜੀ ਤਬਦੀਲੀ ਦੇ ਉੱਤੇ ਹੋਇਆ ਖਰਚਾ ਹੈ, ਚਾਹੇ ਥੋੜੀ ਤੋਂ ਥੋੜੀ ਰਕਮ ਹੋਵੇ, ਚਾਹੇ ਜ਼ਿਆਦਾ ਤੋਂ ਜ਼ਿਆਦਾ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਕਿਉਂਕਿ ਇਹ ਸਵਾਲ ਜਿਹੜਾ ਪੁੱਛਿਆ ਗਿਆ ਮੇਰੇ ਤੋਂ ਵੀ ਖਾਸ ਤੌਰ ਦੇ ਉੱਤੇ ਇਹ ਪੁੱਛਿਆ ਗਿਆ ਕਿ ਇਹਨਾਂ ਦੀਆਂ ਮਨਮਰਜ਼ੀਆਂ ਜਿਹੜੀਆਂ ਨੇ, ਇਹ ਕਹਿੰਦੇ ਇੱਥੇ ਦੇ ਹੁਣ ਸਰੀ ਦੇ ਰਾਜੇ ਬਣੇ ਹੋਏ ਨੇ ਕਿ ਇਹਨਾਂ ਦੇ ਖਰਚੇ ਜਿਹੜੇ ਨੇ, ਇਹਨਾਂ ਦੀਆਂ ਮਰਜ਼ੀਆਂ ਜਿਹੜੀਆਂ ਨੇ, ਮਨਮਰਜ਼ੀਆਂ ਨੇ, ਉਹਨਾਂ ਨੂੰ ਚਾਹੇ ਬੇਸ਼ੱਕ ਕਿਤਾਬੀ ਜਿਹੜੀ ਵੋਕੈਬਲਰੀ ਆ ਉਹਦੇ ਵਿੱਚ ਇਹ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਮਨਸੂਬੇ ਵੱਖਰੇ ਹੁੰਦੇ ਆ। ਉਹਦੇ ਲਈ ਵੀ ਕਹਿੰਦੇ ਅਸੀਂ ਟੈਕਸ ਫੇਅਰ ਦੇ ਉੱਤੇ ਵਜਨ ਪਾਏਗਾ। ਕਹਿੰਦੇ ਤਾਂ ਹੀ ਅਸੀਂ ਤਾਂ ਸੋਚਦੇ ਸੀ ਵੀ ਜਿਹੜਾ ਗ੍ਰੇ ਰੰਗ ਦਾ ਪਾਸਪੋਰਟ ਆ ਸ਼ਾਇਦ ਉਹੀ ਜ਼ਿਆਦਾ ਆਕਰਸ਼ਣ ਕਰਦਾ, ਪਰ ਇਸ ਤਰ੍ਹਾਂ ਦੀਆਂ ਮਨਮਰਜ਼ੀਆਂ ਨੇ ਜਿਹੜੀਆਂ ਕਹਿੰਦੇ ਸਪੋਰਟ ਕਰਦੇ। ਕਾਸ਼ ਕਹਿੰਦੇ ਕਿਰਾਏਦਾਰ ਜਿਹੜਾ ਵਿਅਕਤੀ ਹੈ ਉਹਦੇ ਪਾਸ ਵੀ ਇਸ ਤਰ੍ਹਾਂ ਦੀ ਕੋਈ ਆਪਸ਼ਨ ਹੁੰਦੀ। ਕਹਿੰਦੇ ਇੱਕ MP ਨੂੰ ਆਪਣੀ ਸੀਟ ਚੇਂਜ ਕਰਨ ਦੀ ਆਪਸ਼ਨ ਹੈ, ਕਿਰਾਏਦਾਰ ਪਾਸ ਕਹਿੰਦਾ ਇੰਨਾ ਮਜਬੂਰੀ ਦਾ ਲਤੜਿਆ ਪਿਆ ਹੋ ਕਿ ਉਹਦੇ ਪਾਸ ਇਹ ਆਪਸ਼ਨ ਹੀ ਹੈ ਨਹੀਂ। ਜੇ ਮਕਾਨ ਮਾਲਕ ਨੇ ਜ਼ਿਆਦਾ ਕਿਰਾਇਆ ਮੰਗ ਲਿਆ ਤਾਂ ਉਹਨੂੰ ਦੇਣਾ ਪੈਣਾ, ਔਰ ਮਕਾਨ मालिक कहता मेरा इंटरेस्ट रेट बढ़ा दा तो मैनू देना पैना है। वैसे दीदी अगर देखा जाए तो ये बच्चे जो है, जो स्टूडेंट्स है, वो अपने मुल्क छोड़कर इस मुल्क में आते हैं, ऑलरेडी दे आर इन अ न्यू एनवायरनमेंट,
और यहाँ पर आकर पहले उन्हें किराया और कुछ रकम बताया गया था, $500 बताया गया था, फिर एकदम से $300 ज़्यादा कर दिया, $800 बता दिया। बच्चे अपने बजट से हिल गए। स्टूडेंट्स किसी भी मुल्क से आए, एक तो यही सरकार, ट्रूडो सरकार की देन, जो इमिग्रेशन स्टूडेंट्स को चाहे बाहर मुल्कों से चाहे एनी कंट्री से आते, ये नहीं देखते 14 साल के, 15 साल के, 16 साल के बच्चे यहाँ आकर अपना खुद मकान में रहकर अपने रिस्पॉन्सिबिलिटीज़ लेकर किस तरह से सर्वाइव करेंगे। मेरे ख्याल से ये एक ज़्यादती है बच्चों पर भी और पेरेंट्स पर भी कि इतने कम उम्र बच्चों को यहाँ पर स्टूडेंट वीज़ा मिल जाता है, और जब यहाँ आते हैं और यहाँ पर आकर इस तरह के क्राइसिस में से गुजरते हैं, इट्स अनदर थिंग। सो ये हमारे सरकार की एक फेलियर है, चाहे वो वीज़ास का रख लो, इमिग्रेशन का रख लो, स्टूडेंट वीज़ास का रख लो, या हम इस पर रख लेते हैं कि होम रेंटल क्राइसिस जो है, ये फेडरल सरकार की ढिलाई है, फेडरल सरकार की फेलियर है। और हमारे एमपीज़ इस बारे में बात ही नहीं करते। क्या हमारे एमपीज़ ने कोई फोरम कॉल किया जहां पर ये होम रेंटल क्राइसिस के बारे में डिस्कशन की जाए, हम्बली रिक्वेस्ट किया जाए? लेकिन रिक्वेस्ट किससे करेंगे? लैंडलॉर्ड से करेंगे। लैंडलॉर्ड्स अपने मॉर्गेज का पेमेंट बिल लाकर सामने रख देंगे कि देखो ये तुम लोगों का देन है। रिक्वेस्ट इनको अपने सरकार से जाकर करना चाहिए, सरकार से बात करना चाहिए, इसका कोई सोल्यूशन लाना चाहिए। लेकिन अफसोस हम लोगों ने चुना भी इस तरह के पॉलिटिशियंस को जिनको लोगों के दुख दर्द नहीं समझ आ रहे, इनको बस केक काटने में और केक खाने में ही फिक्र रहती है। आपने कहा कि अपने पॉकेट से ये लोग जो फेयर डिफरेंस है, जो डिले किया या रीबुक किया फ्लाइट को, अपना कैंसिल किया, ये कौन पे कर रहा है? ये लोग खुद के तो किसी चीज़ का पे करना नहीं चाहते, ये इन फ्लाइट्स के पैसे पे करेंगे। दीदी, जस्ट थिंक अबाउट इट। ये केक लाया कोई और होगा, इसे पैसे कोई और पे किया होगा, काट कर चौधरी अपना नंबर बना रहा है, जैसे कि वो सारों के लिए केक इन्होंने लेकर आया है। जी आओ कम्युनिटी आओ, मैंने केक लाया, खाओ इसको। इस पिक्चर से तो ऐसा लग रहा है, लेकिन इसके पॉकेट से पेनी नहीं गया होगा, ये वहां गया होगा, फ्री के केक इसको मिला, उसको काटा होगा, खाया होगा, डिनर भी खाया होगा, ना कोई गिफ्ट दिया होगा ना नथिंग, वैसे उठ के चला गया होगा। आशीर्वाद काफी है। आई जस्ट डोंट अंडरस्टैंड हमारी कम्युनिटी को हो क्या गया है। व्हाई द कम्युनिटी डज नॉट अंडरस्टैंड दिस। कम्युनिटी को नहीं पता है कि अगर फ्री में खाना ही खिलाना है तो पॉलिटिशियंस को खिलाना है। बहुत सारे होमलेस है, बाहर लोग हैं, बाहर हमारे स्टूडेंट आए हुए हैं जिनके पास किराए भरने के बाद, अपने एक्सपेंसेस निकालने के बाद खाने के लिए पैसे नहीं होते हैं। प्लीज गो फीड देम, प्लीज, इल्तिजा है आप लोगों से, टू गो फीड देम। कल मैं डाउनटाउन में थी दीदी, और हेस्टिंग स्ट्रीट में आई वाज वेरी प्राउड, वेरी वेरी प्राउड कि हमारे इस्लामिक रिलीफ के बच्चे, इस्लामिक रिलीफ के वेस्ट पाके, दे वर सर्विंग ऑन हेस्टिंग स्ट्रीट। और ये देखकर मुझे अपने इतना ज़्यादा खुशी हुई ना कि देखो अपने बच्चे यहाँ पर भी आज मेहनत कर रहे हैं। और हमारी कम्युनिटी को क्या हुआ कि ये पॉलिटिशियंस के पेट भरो। आई डोंट अंडरस्टैंड कि ये लोग क्यों ऐसे करते हैं। अगर कम्युनिटी के ये लीडर्स को नहीं आ रही शर्म, तो इस्लामिक रिलीफ वालों से जाकर थोड़ा सा लेसन्स ले लो। अगर आप लोगों के पास इतना ही फालतू टाइम है, वक्त है कि ऐसे पॉलिटिशियंस को फीड करने में लगे हुए हो, तो जाकर देखो होमलेस कितने हैं और उनको फीड करो। डू समथिंग फॉर देम। कोई ऐसा काम करो कि कोई अप्रिशिएट भी करेगा। ऐसे पॉलिटिशियंस अप्रिशिएट नहीं करते, इनको तो अपने ढिड भरने का ही फिक्र होता है कि आज कहाँ से दावत मिल जाए, आज किसके घर पे जाकर खाना खा लूँ, आज किसके केक खाकर अपना पेट भर लूँ, क्योंकि घर पे इनको खाना नहीं मिलता। दे डोंट गेट इट एट होम।
कम्युनिटी के काम करने के लिए ये लोग कभी बाहर नहीं निकलते, कभी बाहर नहीं निकलते। इनको बता दो कि इंटरफेथ ग्रुप्स क्रिएट कर लो, कोई इनको पूछेगा नहीं। इन्होंने कभी कोई कम्युनिटी के लिए कहीं पर गैदरिंग की है विथ देयर ओन एक्सपेंस? अगर फंड रेजिंग के लिए भी कॉल करते तो हम टिकट पे करके जाते हैं, और कितने लोगों को वहां टिकट पे करके भी बुलाया नहीं जाता है। फंड रेजिंग करके भी कम्युनिटी को खिला पिला दे देते हैं लोगों के पैसों से, और बाहर लोग सोचते हैं पॉलिटिशियन ने किया है। वो भी फंडेड होता है। कभी इन्होंने अपने मेहनत के, अपने कमाई के पैसे से किसी को खिलाया पिलाया है? पूछो सवाल ये अपने आप से, हैव दे एवर डन दैट? कहा आपको आज जी आप मेरे घर आ जाना, मेरे घर वाले आज खाना बनाएंगे, घर पे सेलिब्रेट करेंगे? नो, इन्होंने वहीं पर बुलाना है जहां 25 आइटम्स के बफे लगेंगे, फंड रेजिंग होगा, जो रेस्टोरेंट्स वाले पहुंचाएंगे या फंड रेजिंग से इसे पे किया जाएगा। दैट्स ऑल दे डू। और कम्युनिटी में किंग बनना चाहते हैं। अब तो भोग मंत्री के बाद इन्हें एक और मंत्री मिल गई, बर्थडे मंत्री। शर्म आती है। इट्स अ शेम। पिछले दिनों, आई थिंक इट वाज ऑन ट्यूसडे, वाज इट दीदी, और मंडे? इट वाज ट्यूसडे, जिस दिन कम्युनिटी मीटिंग कॉल किया था जी एट द मंदिर, एट द टेम्पल। वहां पर क्यों नहीं पहुंचे? क्योंकि वहां पर इतना टेस्टी केक नहीं मिलता, वहां पर आपको कबाब्स नहीं मिलते खाने के लिए। शायद ये वजह हो सकता है। नहीं तो कम्युनिटी के लिए पॉलिटिशियंस को तो दौड़ना चाहिए, क्योंकि इनका काम ये है, जॉब ये है इनका। लेकिन नहीं, दे नॉट देयर, दे आर एक्चुअली हाइडिंग समवेयर और अवे फ्रॉम द कम्युनिटी। These are the politicians जिसके बारे में, जिनका शक्ल अच्छी तरह से देख लो, इनके शक्ल अच्छी तरह से देख लो, कहीं गलती से भी इनको वोट देकर आगे ना बढ़ाना नेक्स्ट टाइम। नहीं तो अभी तो हम होम रेंटल क्राइसिस से गुजर रहे हैं, हमें शायद होमलेस बनना पड़ेगा अगर ऐसे लोग हमारे रिप्रेजेंटेटिव बन गए तो। ਅੱਛਾ ਨਾ ਗੱਲ ਇੱਕ ਨੇ ਹਾਂਜੀ। ਗੱਲ ਕਾਫੀ ਜ਼ਿਆਦਾ ਨਾ ਡੂੰਘੀ ਤੇ ਪੇਚੀਦਗੀ ਵਾਲੀ ਹੈ। ਹਮ, ਇਹ ਕੰਮ ਫੈਡਰਲ ਸਰਕਾਰ ਦੇ ਖਿੱਤੇ ਦੇ ਵਿੱਚ ਆਉਂਦਾ। ਹਾਂ ਹਾਂ, ਸਰਕਾਰ 'ਚ ਜਦੋਂ ਖਾਸ ਤੌਰ ਦੇ ਉੱਤੇ ਉਹਦੇ ਨੁਮਾਇੰਦੇ ਚੇਤੰਨ ਨਹੀਂ ਹੁੰਦੇ, ਉਹ ਸਿਰਫ ਔਰ ਸਿਰਫ ਇੱਕ ਮੰਗ ਨੂੰ ਲੈ ਕੇ ਚੱਲਦੇ ਆ। ਪਰ ਹਾਂਜੀ। ਉਹ ਮੰਗ ਪੂਰੀ ਹੋਣ ਦੇ ਨਾਲ ਹੋਰ ਕਿੰਨੇ ਮਸਲੇ ਖੜੇ ਹੋ ਸਕਦੇ ਆ, ਕਿੱਡੀ ਵੱਡੀ ਪੱਧਰ ਤੇ ਖੜੇ ਹੋ ਸਕਦੇ ਆ, ਉਹਨਾਂ ਪ੍ਰਤੀ ਚੇਤੰਨ ਨਾ ਹੋ ਕੇ ਅਗਾਊਂ ਪ੍ਰਬੰਧ ਨਹੀਂ ਕਰਦੇ ਤਾਂ ਹਾਲ ਆਹੀ ਹੁੰਦਾ ਜੋ ਅੱਜ ਕੈਨੇਡਾ 'ਚ ਹੈ, ਸਰੀ ਦੇ ਵਿੱਚ ਹੈ। ਹਮ, ਜਦੋਂ ਇਹ ਕਿਹਾ ਜਾਂਦਾ ਕਿ ਹਾਂਜੀ ਸਾਨੂੰ ਲੋੜ ਆ, ਸਾਡੇ ਬੰਦੇ ਇੱਥੇ ਆਉਣ, ਠੀਕ ਹੈ ਜੀ, ਲੋੜ ਹੈ, ਬੁਲਾ ਲੇ। ਭਾਈ ਘਰ ਦੇ ਵਿੱਚ ਕਿਸੇ ਨੇ ਆਉਣਾ ਹੋਵੇ, ਤੁਸੀਂ ਕਿਸੇ ਪ੍ਰਾਹੁਣੇ ਨੂੰ ਵੀ ਬੁਲਾਉਂਦੇ ਹੋ, ਆਸ਼ਾ ਨਾ ਪਹਿਲਾਂ ਮੰਜੇਦਾਰ ਬਿਸਤਰੇ ਦਾ ਪ੍ਰਬੰਧ ਜ਼ਰੂਰ ਕਰਦੇ ਹੋ। ਹਮ, ਮੰਜਾ ਹੈ, ਬਿਸਤਰਾ ਹੈ, ਖਾਣ ਲਈ ਹੈ। ਇਹ ਜਿਹੜੇ ਸਾਡੇ ਸੁੱਖ ਨਾਲ ਸਾਡੇ ਐਮਪੀਜ਼ ਨੇ, ਕੀ ਇਹ ਫੀਡਬੈਕ ਦਿੰਦੇ ਆ ਕਿ ਹਾਂ ਸਾਡੇ ਖੇਤਰੀ ਇਲਾਕੇ ਦੇ ਵਿੱਚ ਜਿਹੜੀ ਹਾਊਸਿੰਗ ਕ੍ਰਾਈਸਿਸ ਕਿੱਥੇ ਤੱਕ ਪਹੁੰਚੀ ਹੋਈ ਹੈ? ਜਿਹੜੇ ਹਨ ਉਹਨਾਂ ਦੇ ਰਿਹਾਇਸ਼ ਦਾ ਪ੍ਰਬੰਧ ਨਹੀਂ ਹੈ ਕਿ ਤੁਸੀਂ ਹੋਰ ਬੁਲਾ ਰਹੇ ਹੋ? ਜੇ ਹੋਰ ਬੁਲਾ ਰਹੇ ਹੋ ਤਾਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਜ਼ਮੀਨ ਦਾ ਸਟੇਟਸ ਹੈ ਉਸ ਨੂੰ ਤਬਦੀਲ ਕਰਕੇ ਉਸ ਨੂੰ ਰੈਜ਼ੀਡੈਂਸ਼ੀਅਲ ਕਿੰਨੇ ਸਮੇਂ ਦੇ ਵਿੱਚ, ਕਿੰਨੀ ਜਲਦੀ ਨਾਲ ਬਣਾਵੇ ਤਾਂ ਕਿ ਬੁਲਾਇਆ ਹੋਇਆਂ ਨੂੰ ਸਾਡੇ ਰਹਿਣ ਦਾ ਪ੍ਰਬੰਧ ਵੀ ਹੋਵੇ। ਫੈਡਰਲ ਸਰਕਾਰ ਕਹਿੰਦੀ ਹੈ ਵੀ ਹਰ ਸਾਲ ਅਸੀਂ 4 ਲੱਖ ਤੋਂ 5 ਲੱਖ ਬੰਦਾ ਬੁਲਾਉਣਾ ਹੈ। 4 ਲੱਖ ਤੋਂ 5 ਲੱਖ ਬੰਦਾ ਆਏਗਾ ਤਾਂ ਉਹਦੇ ਨਾਲ ਅਜੇ ਇਹਦੇ ਵਿੱਚ ਜਿਨ੍ਹਾਂ ਨੇ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਆਸ਼ਿਆਨਾ ਜੀ ਆਉਂਦੇ ਆਪਣੇ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਮਾਂ-ਬਾਪ, ਭੈਣ ਭਰਾ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ। ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਆ, ਸੁਪਰ ਵੀਜ਼ੇ ਦੇ ਉੱਤੇ ਆਉਂਦੇ ਆ, ਉਹਨਾਂ ਦੀ ਗਿਣਤੀ ਮਿਣਤੀ ਇਸ ਦੇ ਵਿੱਚ ਸ਼ਾਮਲ ਨਹੀਂ ਹੈ। ਤੁਸੀਂ ਸੋਚ ਸਕਦੇ ਹੋ ਕਿ ਕੈਨੇਡਾ ਮੁਲਕ ਜਿਹਦੇ ਵਿੱਚ ਪਹਿਲਾਂ ਹੀ ਆਲਰੇਡੀ ਰਹਿਣ ਦੇ ਲਈ ਥਾਂ ਹੈ ਨਹੀਂ ਗੀ, ਢੁਕਵੀਂ ਵਾਤਾਵਰਨ ਵਾਲੀ, ਔਰ ਜਿਹੜੇ ਖੇਤਰੀ ਇਲਾਕੇ ਦੇ ਵਿੱਚ ਮਕਾਨਾਂ ਦੀ ਜਿਹੜੀ ਬਿਲਡ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਇਸ ਹੱਦ ਤੱਕ ਪਹੁੰਚੀ ਹੋਈ ਹੈ। ਉੱਥੇ 5 ਲੱਖ ਬੰਦਾ ਉਸ ਮੁਲਕ ਦੇ ਵਿੱਚ ਤੁਸੀਂ ਹਰ ਸਾਲ ਨਵਾਂ ਲਿਆਉਣ ਦੀ ਦਾਅਵਾ ਕਰਦੇ ਹੋ ਔਰ ਲਿਆਉਨੇ ਹੋ ਇੱਕ ਕੈਟਾਗਰੀ ਦੇ ਵਿੱਚ,
ਤਾਂ ਤੁਸੀਂ ਆਪਣੇ ਆਪ ਸੋਚੋ ਕਿ ਉਹਨਾਂ ਦੇ ਰਹਿਣ ਦੇ ਲਈ ਕੀ 5 ਲੱਖ ਘਰ ਦਾ ਪ੍ਰਬੰਧ ਸਾਲ ਦੇ ਵਿੱਚ ਤੁਸੀਂ ਕਰਦੇ ਹੋ। ਜੇ ਨਹੀਂ ਕਰਦੇ ਤਾਂ ਕਮਰੇ ਤੋਂ ਕਮਰੇ ਨੂੰ ਵੀ ਪਤਾ ਹੈ ਕਿ ਜੇ ਘਰ ਦੇ ਅੰਦਰ ਪਹਿਲਾਂ ਤਾਂ ਭੀੜ ਭੜੱਕੇ 'ਚ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਜਦੋਂ ਨਹੀਂ ਉਹ ਫਿਰ ਸੜਕਾਂ ਤੇ ਹੋਊ। ਔਰ ਇਸ ਚੀਜ਼ ਦੀ ਸੂਚਨਾ ਕਿਹਨੇ ਦੇਣੀ ਆ? ਐਮਪੀਜ਼ ਨੂੰ ਹਰ ਇਲਾਕੇ ਦੇ ਵਿੱਚ ਕਿਉਂ ਵੰਡਿਆ ਹੋਇਆ ਹੈ? ਕਿਉਂ ਚੁਣਿਆ ਜਾਂਦਾ ਹੈ ਫੈਡਰਲ ਸਰਕਾਰ? ਤਾਂ ਕਿ ਉਹ ਆਪਣੇ ਖੇਤਰੀ ਇਲਾਕੇ ਦੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਫੈਡਰਲ ਸਰਕਾਰ ਨੂੰ ਨਿਰੰਤਰ ਸੂਚਿਤ ਕਰਦੇ ਰਹਿਣ, ਮੰਗਾਂ ਬਾਰੇ ਦੱਸਦੇ ਰਹਿਣ। ਇਹਨਾਂ ਦੀ ਡਿਊਟੀ ਇਹ ਹੈ, ਨਾ ਕਿ ਇਹਨਾਂ ਦੀ ਡਿਊਟੀ ਹੈ ਵੀ ਜਿੱਥੇ ਤੁਸੀਂ ਬੁਲਾ ਲਿਆ, ਫੋਟੋ ਕਰਾ ਲਈ, ਭੋਗ ਤੇ ਆ ਗਏ, ਵਿਆਹ ਤੇ ਆ ਗਏ, ਜਾਂ ਕਿਸੇ ਸਮਾਗਮ ਦੇ ਉੱਤੇ ਬੁਲਾ ਲਿਆ। ਇਹ ਡਿਊਟੀ ਨਹੀਂ ਹੈ। ਔਰ ਕਹਿਣਾ ਪੈਂਦਾ ਬੜੀ ਨਮੋਸ਼ੀ ਨਾਲ ਵੀ, ਤੇ ਨਾਲ ਦੀ ਨਾਲ ਬੜੀ ਕਹਿ ਸਕਦੇ ਹਾਂ ਮੈਂ ਆਸ਼ਾ ਨਾ, ਇਟਸ ਕਾਈਂਡ ਆਫ ਸੋ ਡਿਸਅਪੋਇੰਟਿੰਗ ਕਿ ਹਾਲਤ ਉਲਟਾ ਕਰ ਲਿਆ ਕਿ ਅਸੀਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਮਾਗਮਾਂ ਤੇ ਬੁਲਾਉਣਾ ਆਪਣੀ ਟੌਰ ਨਾਲ ਜੋੜ ਲਿਆ। ਉਹ ਭਾਈ ਇਹਨਾਂ ਦਾ ਕੰਮ ਉੱਥੇ ਆ ਕੇ ਤੁਹਾਡੀ ਟੌਰ ਬਣਾਉਣਾ ਨਹੀਂ, ਬਲਕਿ ਤੁਹਾਡੇ ਲਈ ਸਰਵਿਸਿਜ਼ ਦੇਣਾ ਹੈ। ਔਰ ਲੋਅਰ ਮੇਨਲੈਂਡ ਦੇ ਵਿੱਚ ਇਹ ਬਿਮਾਰੀ ਇੱਕ ਤਰੀਕੇ ਨਾਲ ਪਲੇਗ ਦੀ ਤਰ੍ਹਾਂ ਫੈਲੀ ਹੋਈ ਹੈ। ਕੋਈ ਕਹਿੰਦਾ ਵਿਆਹ ਤੇ ਐਮਪੀ ਨੂੰ ਬੁਲਾਉਣਾ ਜੀ, ਫਲਾਣਾ ਸਮਾਗਮ ਹੈ ਐਮਪੀ ਤੇ ਆਉਣਾ। ਜਦੋਂ ਐਮਪੀ ਨੇ ਸਾਰਾ ਦਿਨ ਆਪਣੀ ਘੱਗਰੀ ਚੱਕ ਕੇ ਪਿੰਡ 'ਚ ਗੇੜਾ ਹੀ ਦਿੰਦੇ ਰਹਿਣਾ, ਉਹਨੇ ਕੰਮ ਕਦੋਂ ਕਰਨਾ ਹੈ? ਔਰ ਕੁਝ ਕੁ ਤਾਂ ਨੁਮਾਇੰਦੇ ਇਹੋ ਜਿਹੇ ਨੇ, ਐਮਐਲਏ ਹੋਏ, ਐਮਪੀ ਹੋਏ, ਉਹਨਾਂ ਦੀ ਘੱਗਰੇ 'ਚ ਨਾਲਾ ਹਰ ਵਕਤ ਰਹਿੰਦਾ, ਕਿੱਲੀ ਤੇ ਟੰਗਣ ਦਾ ਟਾਈਮ ਨਹੀਂ ਮਿਲਦਾ, ਹਰ ਵਕਤ ਪਾ ਕੇ ਗੇੜਾ ਦੇਣ ਵਾਲਾ ਹੀ ਚੱਲਦਾ ਹੈ। ਸਾਨੂੰ ਮੁਆਸ਼ਰੇ ਦੇ ਤੌਰ ਤੇ ਆਪਣਾ ਜਿਹੜਾ ਨਜ਼ਰੀਆ ਹੈ ਤੇ ਵਰਤਾਵ ਆ ਉਹਦੇ ਵਿੱਚ ਤਬਦੀਲੀ ਲਿਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਨੂੰ ਆਪਣਾ ਕੰਮ ਕਰਨ ਦਿਓ। ਜੇ ਨਹੀਂ ਕੰਮ ਕਰਦੇ ਤਾਂ ਇਹਨਾਂ ਨੂੰ ਕਹੋ ਤੁਸੀਂ ਆਪਣਾ ਕੰਮ ਕਰਾਓ ਇਹਨਾਂ ਤੋਂ। ਜੇ ਨਹੀਂ ਕਰਾਉਂਦੇ ਤਾਂ ਇਹਨਾਂ ਨੂੰ ਲਾਮੇ ਕਰੋ, ਨਾ ਕਿ ਇਹਨਾਂ ਨੂੰ ਬੁਲਾ ਕੇ ਇਹਨਾਂ ਮੂਹਰੇ ਆਪਣੇ ਭੋਜਨ ਪ੍ਰਸ਼ਾਦੇ ਪਰੋਸ ਕੇ ਦਾਰੂ ਸ਼ਾਰੂ ਦੀਆਂ ਪਾਰਟੀਆਂ ਕਰੋ। ਯਾਦ ਰਹੇ, ਜਿਹੋ ਜਿਹਾ ਪੈਟਰਨ ਅਸੀਂ ਆਪਣੇ ਸਮਾਜਿਕ ਵਾਤਾਵਰਣ ਦੇ ਵਿੱਚ ਫੈਲਾਰਦੇ ਆ ਨਾ, ਖਿਲਾਰਦੇ ਆ, ਰਾਜਨੀਤਿਕ ਲੋਕ ਉਹੀ ਸੋਚ ਦੇ ਮਾਲਕ ਬਣ ਜਾਂਦੇ ਨੇ। ਇਹ ਕਰਪਟ ਕਿਤੇ ਇੱਕ ਦਿਨ 'ਚ ਨਹੀਂ ਬਣਦੇ। ਪੋਲੀਟੀਸ਼ੀਅਨ ਯਾਦ ਰਹੇ, ਇੱਕ ਦਿਨ 'ਚ ਕਰਪਟ ਨਹੀਂ ਬਣਦਾ। ਉਹ ਦੇਖਦਾ ਵਾਤਾਵਰਣ ਵੀ ਜਿਹੋ ਜਿਹਾ ਹੁੰਦਾ, ਪੌਦਾ ਉਹਦੇ 'ਚ ਉਸੇ ਤਰ੍ਹਾਂ ਦਾ ਉੱਗਦਾ। ਵਾਤਾਵਰਣ ਜਿਹੋ ਜਿਹਾ ਬਣਦਾ, ਬੇਸ਼ੱਕ ਕੁਝ ਅੰਸਰ ਉਸ ਵਾਤਾਵਰਣ ਨੂੰ ਬਣਾਉਣ ਦੇ ਵਿੱਚ ਸਹਾਈ ਹੁੰਦੇ ਨੇ। ਵੀ ਹੈਵ ਟੂ ਬੀ ਸਮਾਰਟ ਇਨਫ। ਔਰ ਸਾਨੂੰ ਇਹ ਜਿਹੜੀ ਅਸੀਂ ਕੰਮ ਘਤਿੱਤਬਾਜ਼ੀਆਂ ਸ਼ੁਰੂ ਕੀਤੀਆਂ ਹੋਈਆਂ ਨੇ, ਇਹਨਾਂ 'ਚੋਂ ਬਾਹਰ ਨਿਕਲ ਕੇ ਇਹਨਾਂ ਨੂੰ ਵੀ ਕੰਮ ਕਰਨ ਦੇਣਾ ਚਾਹੀਦਾ। ਪਲੱਸ ਜੇ ਕੰਮ ਨਹੀਂ ਕਰਦੇ ਤਾਂ ਇਹਨਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ। ਇਹ ਕੋਈ ਫਿਲਮ ਸਟਾਰ ਨਹੀਂ ਹੈਗੇ ਕਿ ਜਿਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਤੁਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹੋ। ਮੇਰੀ ਮਾਂ ਇੱਕ ਗੱਲ ਕਹਿੰਦੀ ਹੁੰਦੀ ਸੀ, ਕੰਮ ਪਿਆਰਾ ਚੰਮ ਨਹੀਂ ਪਿਆਰਾ। ਇਹ ਗੱਲ ਸਹੀ ਹੈ। ਔਰ ਸਾਨੂੰ ਵੀ ਇਹ ਸੋਚ ਲੈਣਾ ਚਾਹੀਦਾ ਕਿ ਪਬਲਿਕ ਜਿਹੜਾ ਖੇਤਰਫਲ ਆਉਂਦਾ, ਜਿੱਥੇ ਪਬਲਿਕ ਸਰਵਿਸ ਦਾ ਖੇਤਰਫਲ ਆਉਂਦਾ ਆਸ਼ਾ ਨਾ, ਉੱਥੇ ਕੰਮ ਪਿਆਰਾ ਹੋਣਾ ਚਾਹੀਦਾ ਹੈ। ਚਾਹੇ ਐਮਪੀ ਹੋਵੇ, ਐਮਐਲਏ ਹੋਵੇ, ਸਿਟੀ ਦੀ ਸਰਕਾਰ ਹੋਵੇ, ਉੱਥੇ ਕੰਮ ਪਿਆਰਾ ਹੋਣਾ ਚਾਹੀਦਾ, ਚੰਮ ਪਿਆਰਾ ਨਹੀਂ ਹੋਣਾ ਚਾਹੀਦਾ। ਵਰਨਾ ਤੁਹਾਡੇ ਚਮੜੇ ਦੀਆਂ ਜੁੱਤੀਆਂ ਇਹਨਾਂ ਲੋਕਾਂ ਦੇ ਪੈਰਾਂ 'ਚ ਪੈ ਜਾਂਦੀਆਂ ਨੇ। है गल करखत पर है सही। बिल्कुल। इसके बाद we'll take a quick commercial break. We'll be right back. सुनते रहिए www.mwlive.ca। रोजाना खबरों विच असॉल्ट, सैक्शुअल असॉल्ट, थेफ्ट, ड्राइविंग ऑफेंसेस ते होर बड़े क्रिमिनल एक्टिविटीज बारे सुनते हाँ। कई बारी गऊमार हो जाती है, चालबाज लोग साऊ बंदे नूं फसा दिंदे ने ते नाले क्रिमिनल चार्जेस लगवा दिंदे ने। अगर तुसी भी क्रिमिनल चार्जेस का सामना कर रहे हो तो नौजवान वकील जो 4 प्रोविंस BC, अल्बर्टा, मैनीटोबा, ओंटारियो विच गुंझलदार केसेस जित्ते हन, क्रिमिनल लॉयर गगन नाहल। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 A Street, Surrey। For all criminal charges, call Gagan Nahal 604 527 4769.
ਹੈਲੋ ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 6045030988। ਬਲੈਕ ਐਂਡ ਵਾਈਟ ਆਟੋ ਬੋਡੀ। कल सारे बड़े खुश सी। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब बस कढ़ाई। बस 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 हुण नहीं रह जांदा। बार्नीज कढ़ाई वाला है किथे? अपने सरी पिंड ते 8140 स्ट्रीट, second location 12889 84th Avenue, Surrey. Phone number 7785654416। चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीस कढ़ाई वाला कभी नहीं भूलोगे। आप खुश, बानीस कढ़ाई वाला खुश। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ